अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਜ਼ੁਬਾਨਾਂ ਦੇ ਮਸਾਇਲ ਹੁੰਦੇ ਨੇ, ਮਸਲਿਆਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ। ਹੁਣ ਜਿਹੜਾ ਤਮਾਸ਼ਾ ਚੱਲ ਰਿਹਾ ਹੈ ਉਹਦੇ ਵਾਸਤੇ ਇਹ ਨਹੀਂ ਵੀ ਉਹ ਅੰਗਰੇਜ਼ੀ ਪ੍ਰੋਗਰਾਮ ਹੋਵੇ ਜਾਂ ਉਰਦੂ 'ਚ ਹੋਵੇ ਤੇ ਉਹਦੇ ਮਸਲਿਆਂ ਦੀ ਕੋਈ ਤਫਸੀਲ ਜਾਂ ਉਹਨਾਂ ਦਾ ਕੋਈ ਰੰਗ ਬਦਲ ਜਾਣਾ। ਉਹਨਾਂ ਦਾ ਰੰਗ ਉਹ ਹੀ ਰਹਿਣਾ ਔਰ ਉਹਨਾਂ ਦੇ ਪਿੱਛੇ ਇਨਸਾਨਾਂ ਦੀ ਨੀਅਤ ਜਾਂ ਬਦਨੀਤੀ ਦਾ ਸਿਨਾਰੀਓ ਵੀ ਤਬਦੀਲ ਨਹੀਂ ਹੁੰਦਾ। ਸਿਰਫ ਅਸੀਂ ਗੱਲ ਪੰਜਾਬੀ 'ਚ ਪੇ ਕਰਨੇ ਆ, ਮਸਲੇ ਜਿਹੜੇ ਨੇ ਨਾ ਉਹਨਾਂ ਦੀ ਆਪਣੀ ਕੋਈ ਜ਼ੁਬਾਨ ਨਹੀਂ ਹੁੰਦੀ। ਉਹ ਹੀ ਪਾਣੀ ਵਾਲਾ ਹਿਸਾਬ ਹੈ ਨਾ ਕਿ ਜਿਵੇਂ ਦੇ ਬਰਤਨ 'ਚ ਪਾਓ ਉਹ ਰੰਗ ਹੋ ਜਾਂਦਾ ਹੁੰਦਾ। ਇਸ ਵਕਤ ਆਮ ਬੰਦਾ ਸਿਰਫ ਇਹ ਸੋਚਦਾ ਤੇ ਸੁਣਦਾ ਕਿ ਸੁਰਖੀ, ਹੈਡਲਾਈਨ, ਸੁਪਰ ਲੀਡ ਤੇ ਅੱਜ ਕੱਲ੍ਹ ਦੇ ਜ਼ੁਬਾਨ 'ਚ ਆਖਣ ਦੇ ਥੰਬਨੇਲ ਦੀ ਸਿਰ ਤੇ ਮੁਲਕ ਚੱਲਦੇ ਪਏ ਨੇ। ਔਰ ਖਬਰ ਦੇ ਵਿੱਚੋਂ ਜਿਹੜੀ ਇੱਕ ਲਾਈਨ ਕੱਢੀ ਗਈ ਹੈ, ਵਨ ਲਾਈਨਰ ਉਹਨੂੰ ਆਉਂਦੇ ਨੇ ਅੰਗਰੇਜ਼ੀ 'ਚ, ਪੰਜ ਲਾਈਨ ਵੀ ਆਉਂਦੇ ਨੇ। ਪੰਜ ਲਾਈਨ ਦੇ ਸਿਰ ਤੇ ਮਸਾਇਲ ਹੱਲ ਹੋ ਰਹੇ ਨੇ। ਇਹਦੇ ਤੇ ਵਾਰਿਸ ਸ਼ਾਹ ਨੇ ਆਖਿਆ ਕਿ ਬੇੜੀ ਕਾਗਜ਼ਾਂ ਦੀ ਬਾਂਦਰ ਮਲਾ ਬਣਿਆ ਤੇ ਅੰਨਾ ਕੱਲਿਆ ਪਾਰ ਲੰਘਾਵਣੇ ਨੂੰ ਜਾਂ ਪੂਰ ਲੰਘਾਵਣੇ ਨੂੰ। ਬੇੜੀ ਕਾਗਜ਼ਾਂ ਦੀ ਇਸ ਵਾਸਤੇ ਕਿ ਜਿਵੇਂ ਮੈਂ ਅਕਸਰ ਪ੍ਰੋਗਰਾਮਾਂ 'ਚ ਗੁਜ਼ਾਰਿਸ਼ ਕਰਨਾ ਕਿ ਅੱਗੇ ਪਾਕਿਸਤਾਨ ਦੇ ਕੋਲ ਉਨੀ ਕੁ ਸਪੇਸ, ਉਨੀ ਕੁ ਥਾਂ ਹੈ ਹੀ ਜੇ ਉਹਦੇ ਨਾਲ ਲੁੱਤ ਘੜੂਤੀਆਂ ਕਰ ਵੀ ਲੈਂਦੇ ਤੇ ਮੁਲਕ ਚੱਲਦਾ ਰਹਿੰਦਾ ਸੀ। ਉਸ ਵੇਲੇ ਘਰ ਇੰਨੇ ਕੁ ਦਾਣੇ ਹੈ ਸਨ ਕਿ ਬਾਹਰ ਖਚਾ ਮਾਰ ਕੇ ਵੀ ਤੇ ਟੁੱਕਰ ਤੋਂ ਔਖੇ ਕੋਈ ਨਹੀਂ ਸਨ, ਰੋਟੀ ਤੋਂ ਤੰਗ ਨਹੀਂ ਸਨ। ਹੁਣ ਉਸ ਲੈਵਲ ਤੇ ਆ ਗਈ ਇਹ ਗੱਲ ਕਿ ਉਹ ਓਲਾ ਨਹੀਂ ਬਚਿਆ ਪਿੱਛੇ। ਆਂਦੇ ਨੂੰ ਫਲਾਣਾ ਬਿਲਕੁਲ ਹੀ ਐਕਸਪੋਜ਼ ਹੋ ਗਿਆ। ਹੁਣ ਉਹ ਐਕਸਪੋਜ਼ ਚੁੰਕੇ ਹੋ ਚੁੱਕੇ ਨੇ ਤੇ ਨੰਗ ਦੀ ਹਾਲਤ ਵਿੱਚ ਐਕਸਪੋਜ਼ ਹੋਇਆ ਓਲੇ ਲੱਥੇ ਜਿਹੜੇ ਬੰਦੇ ਨੇ ਉਹਨਾਂ ਦਾ ਜਿਹੜਾ ਇਖਲਾਕੀ ਮਿਆਰ ਜਾਂ ਉਹਨਾਂ ਨੂੰ ਜਿਹਨੂੰ ਫੌਜੀਆਂ ਦੀ ਜ਼ੁਬਾਨ ਨੇ ਜਾਂਦੇ ਨੇ ਮੁਰੈਲ, ਉਹਨਾਂ ਦਾ ਫਿਰ ਮੁਰੈਲ ਵੀ ਆਪਣੀ ਥਾਂ ਤੇ ਕਾਇਮ ਨਹੀਂ ਰਹਿੰਦਾ। ਇਹ ਵਜ੍ਹਾ ਕਿ ਇਸ ਵਕਤ ਬਜ਼ਾਹਿਰ ਪਾਕਿਸਤਾਨ ਹੋਸਟ ਹੈ ਇੱਕ ਵੱਡੀ ਕਾਨਫਰੰਸ ਦਾ, ਜਿਹਦੇ 'ਚ ਖਿੱਤੇ ਦੇ ਦੀਗਰ ਮਮਾਲਿਕ ਤੇ ਵਜ਼ਰਾਏ ਆਜ਼ਮ ਜਾਂ ਸਾਹਿਬ ਸਦਰਾਨ ਮੁਮਲਕਤ, ਹੈਡਸ ਆਫ ਸਟੇਟ ਜਾਂ ਹੈਡਸ ਆਫ ਗਵਰਨਮੈਂਟਸ ਉਹ ਆ ਰਹੇ ਨੇ। ਲੇਕਿਨ ਘਰ ਉਹ ਕੁੱਤਖਾਨਾ ਮਚਿਆ ਕਿ ਹੁਣ ਇਹ ਸਮਝਾਉਂਦੇ ਨੇ ਕਿ ਜੀ ਸਾਡੀ ਰਿਵਾਇਤ ਬੜੀਆਂ ਮਹਿਮਾਨ ਨਵਾਜ਼ ਨੇ, ਮੇਜ਼ਬਾਨੀ ਦੀਆਂ ਸਾਡੀਆਂ ਰਿਵਾਇਤ ਨੇ। ਤੁਹਾਡੀਆਂ ਕਦੋਂ ਕੋਈ ਮੇਜ਼ਬਾਨੀ ਦੀਆਂ ਰਿਵਾਇਤ ਨੇ? ਤੁਹਾਡੀਆਂ ਖੁਸ਼ਾਮਦ ਦੀਆਂ ਤੇ ਡੰਗ ਟਪਾਊ ਅਪਰੋਚ ਦੀਆਂ ਰਿਵਾਇਤ ਨੇ। ਜੇ ਤੁਸੀਂ ਆਖੋ ਕਿ ਮੇਜ਼ਬਾਨੀ ਦੀਆਂ ਤੁਹਾਡੀਆਂ ਰਿਵਾਇਤ ਨੇ ਤੇ ਮੈਂ ਸ਼ਾਇਦ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਹੋਵੇ, ਰਾਂਗਲੇ ਪਾਵੇਂ ਵਾਲੀਆਂ ਮੰਜੀਆਂ ਜਿਹੜੀਆਂ ਸੂਤਰ ਦੀਆਂ ਉਣੀਆਂ ਹੁੰਦੀਆਂ ਸਨ, ਉਹ ਘਰਾਂ 'ਚ ਉਹਨਾਂ ਦੀ ਜ਼ਰਾ ਖਾਸ ਅਹਿਮੀਅਤ ਹੁੰਦੀ ਸੀ। ਵੀ ਕੋਈ ਪ੍ਰਾਹੁਣਾ ਆਇਆ ਹੋਵੇ ਤੇ ਉਸ ਵੇਲੇ ਫਿਰ ਮੁੰਜ ਦੇ ਵਾਣ ਵਾਲੀ ਮੰਜੀ ਤੇ ਸਾਦੇ ਪਾਵਿਆਂ ਵਾਲੀ ਜਿਹੜੀ ਪਿੰਡ ਦੇ ਤਰਖਾਣ ਨੇ ਬਣਾਈ ਹੁੰਦੀ ਹੈ, ਉਹਦੀ ਬਜਾਏ ਮਹਿਮਾਨ ਦੀ ਖੁਸ਼ਾਮਦ ਜਾਂ ਉਹਦੀ ਇੱਜ਼ਤ ਵਾਸਤੇ ਰਾਂਗਲੇ ਪਾਵਿਆਂ ਵਾਲੀਆਂ ਮੰਜੀਆਂ ਜਿਹੜੀਆਂ ਜੁੜੀਆਂ ਰਹਿੰਦੀਆਂ ਸਨ ਆਮ ਦਿਨਾਂ 'ਚ, ਉਹ ਉੱਚੀਆਂ ਮੰਜੀਆਂ ਹੇਠ ਉੱਤੇ ਇੱਕ ਸਾਈਡ ਤੇ ਅੰਦਰਲਿਆਂ ਪਸਾਰ 'ਚ ਜੁੜੀਆਂ ਰਹਿੰਦੀਆਂ ਸਨ, ਉਹ ਲੱਥਦੀਆਂ ਸਨ ਤੇ ਸੂਤਰ ਦੀ ਉਹ ਉਣਾਈ ਹੋਈ ਹੁੰਦੀ ਸੀ ਉਹਨਾਂ ਦੀ। ਤੇ ਉਹ ਜ਼ਰਾ ਕੰਫਰਟੇਬਲ ਤੇ ਥੋੜਾ ਉਹਦੇ ਮਹਿਮਾਨ ਦੀ ਵਡਿਆਈ ਤੇ ਉਹਦੀ ਨਖਰੇ ਦੇ ਤੌਰ ਤੇ ਉਹ ਪੇਸ਼ ਕੀਤੀਆਂ ਜਾਂਦੀਆਂ ਸਨ, ਸੂਤਰ ਦੀਆਂ ਮੰਜੀਆਂ। ਉਹ ਸਾਡਾ ਜਦੋਂ ਇੱਥੇ ਮੈਂ ਰੱਬੇ ਮੈਨੂੰ ਦਾਖਲ ਕਰਾਇਆ ਉਹਨੇ, ਮੇਰਾ ਖਿਆਲ ਹੈ ਕੋਈ ਤੀਜੀ ਚੋਂ ਆਉਂਦਾ ਤੇ
ਕਿੱਡਾ ਕੁ ਹੋਵਾਂ ਤਾਂ ਬਸ ਇਹੀ 8-9 ਸਾਲਾਂ ਦਾ। ਉਹ ਨਾਲ ਜਿਹੜੀਆਂ ਸੂਤਰ ਦੀਆਂ ਮੰਜੀਆਂ ਵੀ 1-2 ਹੈ ਸਨ, ਜਾਂ ਮੰਜੀਆਂ ਦੂਜੀਆਂ ਸਨ। ਤੇ ਮੈਨੂੰ ਸੂਤਰ ਦੀ ਮੰਜੀ ਦਾ ਸ਼ੌਕ ਸੀ। ਮੈਂ ਆਖਿਆ ਸੂਤਰ ਦੀ ਲਿਆ ਦਿਓ। ਉਹਨਾਂ ਪਿੱਛੋਂ 2 ਮੰਜੀਆਂ ਸੂਤਰ ਦੀਆਂ ਰੰਗਲੇ ਪਾਵੇ ਵਾਲੀਆਂ ਵੀ ਆ ਗਈਆਂ। ਜਿਹੜੇ ਉਹ ਆਈਆਂ ਤੇ ਉਹ ਮੰਜੀਆਂ ਵਿਛੀਆਂ, ਤੇ ਸਾਡੇ ਦੂਜੇ ਮਕਾਨ ਦੇ ਹਿੱਸੇ 'ਚ ਕਿਰਾਏਦਾਰ ਸਨ, ਉਹ ਕੁਝ ਚਕਵਾਲ ਦੇ ਸਨ। ਉਹਨਾਂ ਵੇਖਿਆ ਤੇ ਉਹ ਬੀਬੀ ਜਿਹੜੀ ਉਹਨਾਂ ਦੀ ਕੋਈ ਡੇਰੀ ਸੀ, ਉਹ ਲੰਘੀ ਉੱਥੋਂ ਤੋਂ, ਵੇਖਿਆ ਸੂਤਰ ਦੀਆਂ ਮੰਜੀਆਂ। ਤੁਸੀਂ ਆਖਿਆ ਕੋਈ ਪੁਰਾਣੇ ਆਓ। ਮੈਂ ਆਖਿਆ ਨਹੀਂ। ਉਹ ਮੇਰੇ ਦਾਦਾ ਜੀ ਨੂੰ ਆਂਦੀ ਹੈ ਕਿ ਮੀਆਂ ਜੀ, ਅਸੀਂ ਵੀ ਆਂਦੇ ਸਨ, ਤੂੰ ਵੀ ਕੋਈ ਬੰਦਾ ਹੋਵੇ ਤੇ ਮੀਆਂ ਜੀ ਆਂਦਾ ਸੀ, ਮੀਆਂ ਜੀ ਮੰਜੀਆਂ ਜਿਹੜੀਆਂ ਨੇ ਉਹ ਤੁਸੀਂ ਸੂਤਰ ਦੀਆਂ ਅੰਦਰ ਧਰੋ ਤੇ ਉਹ ਪੁਰਾਣੇ ਵਾਸਤੇ ਰੱਖੋ, ਤੇ ਆਪ ਜਿਵੇਂ ਦੀਆਂ ਦੂਜੀਆਂ ਨੇ ਉਹ ਵਿਛਾ ਲਿਆ ਕਰੋ। ਉਹ ਮੀਆਂ ਨੇ ਆਖਿਆ ਵੀ ਗੱਲ ਇਹ, ਮੈਨੂੰ ਇਹ ਦੱਸ, ਪੁਰਾਣਿਆਂ ਦਾ ਮੂੰਹ ਮੇਰੇ ਪੋਤਰੇ, ਤੂੰ ਤੇ ਮੈਥੋਂ ਚੋਖਾ ਸੋਹਣਾ। ਮਤਲਬ ਅਸੀਂ ਆਪ ਜਿਹੜੇ ਉਹ ਤਰੁੱਟੀਆਂ ਭੱਜੀਆਂ ਤੇ ਸਮੀਆਂ ਤੇ ਪੁਰਾਣਾ ਜਿਹੜਾ ਅਸੀਂ ਇਹ ਆਪ ਸਮਾਂਦੇ ਨਾ, ਤੇ ਪੁਰਾਣਾ ਆਇਆ ਤੇ ਉਹਦੇ ਵਾਸਤੇ ਵੀ ਰੱਖਾਂਗੇ। ਲੇਕਿਨ ਇਹ ਨਹੀਂ ਬਸ ਸਾਨੂੰ ਨਸੀਬ ਕੁਝ ਵੀ ਨਾ ਹੋਵੇ ਤੇ ਪੁਰਾਣਿਆਂ ਵਾਸਤੇ ਬੜਾ ਕੁਝ। ਇਹ ਮੈਂ ਜਿਹੜੀ ਕਹਾਣੀ ਸੁਣਾਈ ਹੈ ਇਹਦੇ ਤੇ 1000 ਤਰ੍ਹਾਂ ਦੀ ਬਹਿਸ ਹੋ ਸਕਦੀ ਹੈ ਕਿ ਨਹੀਂ ਜੀ ਉਹ ਤੁਹਾਡੇ ਮੀਆਂ ਹੋਰਾਂ ਦਾ, ਦਾਦਾ ਜੀ ਦਾ ਕੋਈ ਪੁਆਇੰਟ ਆਫ ਵਿਊ ਜਿਹੜਾ ਉਹਦੇ ਨਾਲ ਤੁਸੀਂ ਐਗਰੀ ਨਹੀਂ ਕਰਦੇ, ਨਾ ਕਰੋ। ਲੇਕਿਨ ਪਾਕਿਸਤਾਨ ਦੀ ਸੂਰਤ ਹਾਲ ਦੇ ਵਿੱਚ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜਿਹੜੇ ਆਮ ਉੱਥੋਂ ਦੇ ਵਸਨੀਕ ਨੇ ਉਸ ਮੁਲਕ ਦੇ, ਉਹ ਮਾਮਲਾਤ ਇੱਥੋਂ ਤੱਕ ਆ ਚੁੱਕੇ ਨੇ ਕਿ ਸਰਹੱਦ ਵਾਲੇ ਜਿਹੜੇ ਨੇ ਉਹ ਪੰਜਾਬ ਵਿੱਚ ਵੜਨ ਤੇ ਅੱਗੇ ਆਈਜੀਆਂ ਨੇ ਮਤਲਬ ਲਾਈਨ ਖਿੱਚੀ। ਉਹ ਇਸਲਾਮਾਬਾਦ ਵਿੱਚ ਵੜਨ ਤੇ ਉੱਥੇ ਕੰਟੇਨਰ ਲੱਗੇ ਨੇ। ਲਾਹੌਰ ਵਾਲੇ ਜਿਹੜੇ ਨੇ ਉਹ ਆਪਣੇ ਸ਼ਹਿਰ ਮਨਾਰੇ ਪਾਕਿਸਤਾਨ ਵਾਲੇ ਪਾਸੇ ਮੂੰਹ ਨਹੀਂ ਕਰ ਸਕਦੇ। ਬਲੋਚਿਸਤਾਨ ਵਾਲੇ ਉਂਝ ਹੀ 8 ਸੱਡਿਆਂ ਦਾ ਸਵਾਗਤ ਹੋਏ ਆ। ਤੇ ਸਿੰਧ ਵਾਲੇ ਜਿਹੜੇ ਨੇ ਉਹ ਜਿਹੜਾ ਉਹਨਾਂ ਨੂੰ ਕਰਾਚੀਓਂ ਫੜ ਕੇ ਕੱਚੇ ਦੇ ਇਲਾਕੇ 'ਚ ਲੈ ਜੇ, ਉਹਨੂੰ ਫਿਰ ਮਤਲਬ ਜਾਂ ਕਿਸਮਤ ਨੇ ਲਿਆਉਣਾ ਤੇ ਜਾਂ ਪੈਸਿਆਂ ਨੇ ਲਿਆਉਣਾ, ਉਹਦੇ ਜਿਉਂਦਿਆਂ ਆਉਣ ਦੀ ਉਮੀਦ ਹੀ ਕੋਈ ਨਹੀਂ। ਇਸ ਹਾਲਤ ਵਿੱਚ ਮੁਲਕ ਹੈ। ਲੇਕਿਨ ਅਤਾ ਤਾਰੜ ਤੇ ਮਿਨਿਸਟਰਸ ਉਹ ਹਵਾਲੇ ਕੀ ਦਿੰਦੇ ਨੇ ਜੀ, ਹੁਣ ਸਾਡੇ ਕੋਲ ਪੁਰਾਣੇ ਆਉਣ ਵਾਲੇ ਨੇ ਤੇ ਇਸ ਵਾਸਤੇ ਇਹ ਚਾਹੀਦਾ ਕਿ PTI ਇੰਜ ਨਾ ਕਰੇ, ਇਮਰਾਨ ਖਾਨ ਦੇ ਧਰਨੇ ਨਾ ਹੋਣ, ਉੱਥੇ ਕੋਈ ਜਲੂਸ ਨਾ ਨਿਕਲਣ। ਮੈਨੂੰ ਜ਼ਾਤੀ ਤੌਰ ਤੇ ਸਾਰੇ ਸੁਣਨ ਵਾਲਿਆਂ ਨੂੰ ਅੱਗੇ ਹੀ ਪਤਾ ਹੈ, ਜ਼ਿਆਦਾਤਰ ਜਿਹੜੇ ਮੇਰੇ ਲਿਸਨਰਸ ਨੇ ਉਹਨਾਂ ਨੂੰ ਅੰਦਾਜ਼ਾ ਹੈ ਮੇਰਾ ਝੁਕਾਓ ਕਿਸੇ ਹੱਲ ਵੀ ਕੋਈ ਨਹੀਂ। ਮੈਨੂੰ ਤੇ ਇਹ ਪੱਕ ਹੈ ਕਿ ਇੱਕ ਤੋਂ ਵੱਧ ਦੂਜਾ ਬੇਈਮਾਨ ਹੈ ਤੇ ਦੂਜੇ ਤੋਂ ਵੱਧ ਤੀਜਾ ਬੇਈਮਾਨ ਹੈ। ਇੱਕ ਲੁਕਾਓ ਦੂਜਾ ਕੱਢ ਲਓ, ਕੋਈ ਫਰਕ ਨਹੀਂ। ਲੇਕਿਨ ਮੈਂ ਜਦੋਂ ਬੋਲਣਾ ਮੈਂ ਉਸ ਚੂਸਣੀ ਤੇ ਬੋਲਣਾ, ਉਹ ਜਿਹੜਾ ਫੀਡਰ ਤੁਸੀਂ ਆਮ ਪਬਲਿਕ ਨੂੰ ਪਿਆਣ ਲੱਗਦੇ ਹੋ ਨਾ, ਵਜ਼ੀਰਾਂ ਦੇ ਤੌਰ ਤੇ ਮੁਸ਼ੀਰਾਂ ਦੇ ਤੌਰ ਤੇ, ਮੇਰਾ ਦਿਲ ਹੁੰਦਾ ਮੈਂ ਉਹ ਤੁਹਾਡਾ ਲਾ ਕੇ ਹੱਥ 'ਚ ਫੜਾਵਾਂ, ਪਰ ਉਹ ਕੋਈ ਨਹੀਂ ਗੱਲ ਛੱਲ। ਗੱਲ ਇਹ ਵੇ ਕਿ ਈਵੈਂਟ ਵੱਡੇ ਹੋਸਟ ਕਰਨ ਵਾਸਤੇ ਔਰ ਮੁਲਕਾਂ ਦੇ ਵਕਾਰ ਵਾਸਤੇ ਇੱਕ ਦਿਨ ਦਾ ਜਾਂ ਇੱਕ ਹਫ਼ਤੇ ਦਾ ਜਾਂ ਇੱਕ ਮਹੀਨੇ ਦਾ ਵਕਾਰ ਨਹੀਂ ਕੰਮ ਆਉਂਦਾ, ਬਲਕਿ ਉਹ ਰੋਜ਼ ਦਾ ਵਕਾਰ ਚਾਹੀਦਾ ਹੁੰਦਾ। ਰੋਜ਼ ਦੀ ਇੱਜ਼ਤ ਉਸ ਮੁਲਕ ਦੇ ਵਿੱਚ ਮੌਜੂਦ ਹੋਣੀ ਚਾਹੀਦੀ ਹੈ। ਬਿਲਕੁਲ 2 ਹਫ਼ਤੇ ਪਹਿਲਾਂ ਉਹ ਕੈਨੇਡਾ ਦਾ ਡਾਕਟਰ ਸੀ, ਉਹਨੇ ਆਪਣਾ siyaasat.com ਦੇ ਉੱਤੇ ਉਹਦਾ ਲੰਬਾ ਇੰਟਰਵਿਊ ਸੀ, ਉਹ ਚੱਲਿਆ। ਮੈਂ ਉਹ ਸੁਣਿਆ, ਸੁਣ ਕੇ ਤਕਲੀਫ ਹੋਈ। ਤਕਲੀਫ ਇਹਨਾਂ ਮਾਨੇ 'ਚ ਹੋਈ ਕਿ ਠੀਕ ਹੈ ਤੁਹਾਡਾ ਉਹ ਤੁਸੀਂ ਬੜਾ ਕੁਝ ਉਗਲਵਾਉਣਾ ਹੁੰਦਾ ਬੰਦਿਆਂ ਕੋਲ। ਉਹ ਕਿਤੇ ਉਸ ਕੋਈ ਸ਼ਾਦੀ ਦੇ ਕਾਰਡ ਸ਼ੇਅਰ ਕੀਤੇ ਸਨ ਤੇ ਉਹਦਾ ਪਿੱਛੋਂ ਭਰਾ ਤੇ ਪਿਓ ਫੜ ਲਿਓ ਉਹਨੇ ਘਰੋਂ ਜਾ ਕੇ। ਜਿਹੜੀ SOP ਨਾਲ ਉਹਨੂੰ ਫੜਿਆ ਕੁਝ ਨਾਲਿਓ, ਉਹ ਫੜਨ ਦਾ ਤਰੀਕੇਕਾਰ ਬਹਰਹਾਲ ਗੈਰ ਕਾਨੂੰਨੀ ਸੀ। ਲੇਕਿਨ ਕਾਨੂੰਨ ਹੁੰਦਾ ਤੇ ਗੈਰ ਕਾਨੂੰਨੀ ਹੁੰਦਾ ਨਾ, ਕਿਉਂਕਿ ਕਾਨੂੰਨ ਹੁੰਦਾ ਹੀ ਕੋਈ ਨਹੀਂ। ਇਸ ਵਾਸਤੇ ਉਹ ਜੋ ਵੀ ਸੀ ਉਹ ਕਾਨੂੰਨੀ ਸੀ। ਅਦਮ ਮੌਜੂਦਗੀ ਜਿਹੜੀ ਹੈ ਨਾ, ਅੰਧੇਰੇ ਦਾ ਅੰਦਰ ਨਾ, ਰੋਸ਼ਨੀ ਦੀ ਅਦਮ ਮੌਜੂਦਗੀ ਦਾ ਨਾਂ ਹਨੇਰਾ ਹੁੰਦਾ ਹੈ। ਹਨੇਰਾ ਬਾਈ ਇਟਸੈਲਫ ਆਪਣੀ ਜ਼ਾਤ ਹੈ, ਹਨੇਰਾ ਕਿਸੇ ਚੀਜ਼ ਦਾ ਨਾਮ ਨਹੀਂ। ਰੋਸ਼ਨੀ ਦਾ ਨਾ ਹੋਣਾ ਜਿਹੜਾ ਉਹਨੂੰ ਹਨੇਰਾ ਆਖਦੇ।
ਇੰਜ ਹੀ ਲਾ ਕਾਨੂੰਨੀਅਤ ਜਿਹੜੀ ਹੈ ਉਹ ਕਾਨੂੰਨ ਦੀ ਅਦਮ ਮੌਜੂਦਗੀ ਦਾ ਨਾਂ ਹੈ ਨਾ। ਤੇ ਹਨੇਰ ਜਿਹੜਾ ਉਹ ਜਦੋਂ ਪੈ ਜਾਏ ਤੇ ਫਿਰ ਇਹ ਕੀ ਆਖਣਾ ਹੋਇਆ ਵੀ ਇੱਥੇ ਦਾ ਹਨੇਰ ਕਿ ਉੱਥੇ ਦਾ ਹਨੇਰ, ਹਨੇਰ ਹਨੇਰ ਹੀ ਹੁੰਦਾ। ਉਹਦਾ ਨਾਂ ਕੀ ਤੇ ਉਹਦਾ ਪਤਾ ਕੀ ਤੇ ਉਹਦਾ ਜੋਗਰਾਫੀਆ ਕੀ ਤੇ ਉਹਦੀ ਤਾਰੀਖ ਕੀ। ਚਨਾਚੇ ਉਹ ਫੜ ਲਿਓ ਨੇ, ਉਹਨੂੰ ਮਾਰ ਕੁੱਟ ਕਰਦਿਆਂ ਹੋਇਆ ਉਹਦਾ ਨੰਬਰ ਮਿਲਾਇਆ ਉਹਨੇ, ਉੱਥੋਂ ਉਹਨੂੰ ਮਾਰਨ ਨਾਲ ਆਖਣ ਆਪਣੇ ਭਰਾ ਨਾਲ ਗੱਲ ਕਰ, ਉਹਨੂੰ ਆਖਣ ਤੂੰ ਆਪਣਾ ਸਾਨੂੰ ਟਵਿੱਟਰ ਦਾ ਪਾਸਵਰਡ ਦੇ। ਉਸ ਆਖਿਆ ਮੈਂ ਉਹ ਕਿਵੇਂ ਦਿਆਂ। ਅਖੀਰ ਉਹਨੂੰ ਉਹਨਾਂ ਉਹ ਮਤਲਬ ਉਹ ਮੁੜੋ ਤਸਵੀਰਾਂ ਵੀ ਸ਼ੇਅਰ ਹੋਈਆਂ ਸਨ, ਸੋਸ਼ਲ ਮੀਡੀਆ ਤੇ ਮੌਜੂਦ ਨੇ, ਵਾਕਿਆ ਸਾਹਮਣੇ ਮੈਂ ਕਿ ਚਮੜੀ ਲਾ ਦਿਆਂਗਾ। ਆਮ ਮਾਂ ਪਿਓ ਜਾਂ ਘਰ ਕੌੜੇ ਹੋਣ ਨਾ ਦੋ ਫਿਰ ਆਂਦੇ ਮੈਂ ਤੇਰੀ ਚਮ ਲਾ ਦਿਆਂਗਾ ਮਾਰ ਮਾਰ ਕੇ। ਉਹਨਾਂ ਵਾਕਈ ਉਸ ਗਰੀਬ ਨੂੰ ਮਾਰ ਮਾਰ ਕੇ ਉਹਦੀ ਚਮੜੀ ਲਾ ਦਿੱਤੀ। ਇਹ ਕਿੰਨਾ ਦਿਨਾਂ 'ਚ ਵਾਕਿਆਤ ਪੇ ਹੁੰਦੇ ਨੇ। ਕੋਈ ਜੰਗੀ ਕੈਦੀ ਨਹੀਂ ਤੁਸਾਂ ਫੜਿਆ, ਕੋਈ ਦੂਸਰੇ ਮੁਲਕ ਦਾ ਜਸੂਸ ਨਹੀਂ ਫੜਿਆ। ਮੈਂ ਵੈਸੇ ਅੱਜ ਤੱਕ ਰਾਬਰਟ ਲੁਡਲਮ ਤੇ ਉਹ ਜਿਹਾਂ ਦੇ ਨਾਵਲਾਂ ਜਦੋਂ ਪੜ੍ਹਿਆ ਨਾ, ਜਦੋਂ ਵੀ ਅੱਜ ਤੱਕ CIA ਦਾ ਜਾਂ ਇਸ ਤਰ੍ਹਾਂ ਦਾ FBI ਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਟਾਰਚਰ ਦੇ ਮੁਖਤਲਿਫ ਕਿਸਮਾਂ ਹੁੰਦੀਆਂ ਨੇ, ਮੁਖਤਲਿਫ ਮੁਲਕਾਂ 'ਚ ਮੁਖਤਲਿਫ ਹੁੰਦੀਆਂ ਨੇ ਮੋਸਾਦ ਦੀਆਂ। ਦਰ ਹਕੀਕਤ ਮੈਂ ਉਹਨਾਂ ਨੂੰ ਵੀ ਜਦੋਂ ਵੀ ਕਦੀ ਕਿਸੇ ਨਾਵਲ 'ਚ ਜਾਂ ਕਿਸੇ ਫਿਲਮ 'ਚ ਇਹਦਾ ਤਜ਼ਕਰਾ ਸੁਣੀ ਜਾਂ ਪੜ੍ਹਿਆ ਜਾਂ ਵੇਖਿਆ, ਮੇਰੀ ਤਬੀਅਤ ਨੇ ਕਦੀ ਉਹਦਾ ਸਾਥ ਨਹੀਂ ਦਿੱਤਾ। ਸਾਥ ਨਾ ਦਿੱਤਾ ਤਾਂ ਮੁਰਾਦ ਦੇਵੇ ਕਿ ਮੈਨੂੰ ਉਹ ਕਹਾਣੀ ਦੇ ਢਿੱਡ ਭਰਨ ਵਾਸਤੇ ਵੀ ਉਸ ਤਰ੍ਹਾਂ ਦਾ ਜਿਹੜਾ ਟਾਰਚਰ ਹੈ ਉਹ ਤਬੀਅਤ ਨੂੰ ਮਤਲਬ ਇੱਕ ਉਲਟੀ ਆਉਂਦੀ, ਉਹਦੇ ਨਾਲ ਕੋਈ ਤਬੀਅਤ ਜਿਹੜੀ ਹੈ ਨਾ ਉਹ ਬਕਾਇਦਾ ਖਰਾਬ ਹੁੰਦੀ ਹੈ। ਮੇ ਵੀ ਕੁਝ ਬੰਦੇ ਆਖਣਗੇ ਜੀ ਸ਼ਾਇਦ ਮੈਨੂੰ ਕੋਈ ਟਾਰਚਰ ਦਾ ਫੋਬੀਆ ਹੋਵੇਗਾ, ਜਿਵੇਂ ਲੋਕਾਂ ਨੂੰ ਉਚਾਈ ਦਾ ਜਾਂ ਪਾਣੀ ਦਾ ਹੁੰਦਾ। ਮੇਰਾ ਖਿਆਲ ਹੈ ਕਿ ਉਹ ਫੋਬੀਆ ਸ਼ੋਬੀਆ ਕੋਈ ਨਹੀਂ। ਮੇਰੇ ਆਪਣੇ ਉੱਤੋਂ ਟਰੈਕਟਰ ਲੰਘ ਗਿਆ ਸੀ ਇੱਕ ਵਾਰੀ, ਤਾਂ ਤਕਲੀਫ ਤਾਂ ਮੈਂ ਵੇਖੀ। ਲਿਹਾਜ਼ਾ ਤਕਲੀਫ ਦੀ ਗੱਲ ਨਹੀਂ, ਤਕਲੀਫ ਦਾ ਜਿਹੜਾ ਸਿਆਕੋ ਸਬਾਕ ਹੁੰਦਾ ਉਹ ਬੜਾ ਉਹ ਮੈਟਰ ਕਰਦਾ। ਬੰਦਾ ਚਲੋ ਜੀ ਹੁਣ ਉਹ ਇੱਕ ਉੱਥੇ ਹਯਾਤ ਭੱਟੀ ਦਾ ਇੱਕ ਦੌੜਾ ਹੈ ਤੇ ਉਹ ਹੁਣ ਹਸਬੇ ਹਾਲ ਔਰ ਸੂਰਤ ਹਾਲ ਦੇ ਬਿਲਕੁਲ ਮੁਤਾਬਿਕ ਹੈ ਤੇ ਇਸ ਵਾਸਤੇ ਕਿ ਮਜਬੂਰੀਆਂ ਚਾਹ ਨਿਖੜੇਂਦੀਆਂ ਹਨ, ਵਸ ਨਾਲ ਨਿਖੜਦਾ ਕੋਈ ਨਹੀਂ। ਕਿਉਂਕਿ ਜੰਗਲੀ ਪੰਜਾਬੀ ਮੈਨੂੰ ਜਾਪਦਾ ਨਾਲ ਨਾਲ ਮੈਂ ਥੋੜਾ ਜਿਹਾ ਦੱਸੀ ਜਾ ਕਿ ਮਜਬੂਰੀਆਂ ਬੰਦਿਆਂ ਨੂੰ ਵਿਛੋੜਾ ਪਾਉਂਦੀਆਂ ਨੇ। ਸ਼ੌਕ ਅਗਰ ਇਨਸਾਨ ਦਾ ਬਸ ਚੱਲੇ ਤੇ ਫਿਰ ਵਿਛੜਦਾ ਕੋਈ ਨਹੀਂ। ਮਜਬੂਰੀਆਂ ਚਾਹ ਨਿਖੜੇਂਦੀਆਂ ਹਨ, ਵਸ ਨਾਲ ਨਿਖੜਦਾ ਕੋਈ ਨਹੀਂ। ਸਾਰੀ ਖੇਡ ਹਰੀ ਹੋਈ ਕਿਸਮਤ ਦੀ ਦੇ ਈਦ ਦੇ ਲੜਦਾ ਕੋਈ ਨਹੀਂ। ਕੋਈ ਕੌਮ ਜਾਂ ਕੋਈ ਪਿੰਡ ਜਾਂ ਕੋਈ ਖਾਨਦਾਨ ਉਹਨਾਂ ਦੀ ਕਿਸਮਤ ਹੀ ਗੰਦੀ ਤੇ ਮਾੜੀ ਨਾ ਹੋਵੇ, ਵਰਨਾ ਈਦ ਵਾਲੇ ਦਿਨ ਕੌਣ ਲੜਦਾ। ਜਿੱਡੀ ਵੀ ਗੱਲ ਹੋਵੇ ਬੰਦੇ ਆਂਦੇ ਨੇ ਯਾਰ ਦਿਹਾੜਾ ਈਦ ਦਾ ਕੋਈ ਗੁਜ਼ਾਰਾ ਕਰ ਜਾਓ। ਮਜਬੂਰੀਆਂ ਚਾਹ ਨਿਖੜੇਂਦੀਆਂ ਹਨ, ਵਸ ਨਾਲ ਨਿਖੜਦਾ ਕੋਈ ਨਹੀਂ। ਸਾਰੀ ਖੇਡ ਹਰੀ ਹੋਈ ਕਿਸਮਤ ਦੀ ਦੇ ਈਦ ਦੇ ਲੜਦਾ ਕੋਈ ਨਹੀਂ। ਲੱਜ ਮਾਰ ਗਤੇਂਦੀ ਏ ਲੱਜ ਪਾਲਾਂ ਨੂੰ, ਬੰਦਾ ਹਿਜਰ 'ਚ ਮਰਦਾ ਕੋਈ ਨਹੀਂ। ਜਿਹੜੇ ਗੈਰਤਮੰਦ ਨੇ ਉਹਨਾਂ ਨੂੰ ਜਾਂ ਸਾਹਿਬ ਕੈਫੀਅਤ ਨੂੰ ਉਹ ਜਿਹੜੀ ਉਹ ਸ਼ਰਮ ਮਾਰ ਦਿੰਦੀ ਹੈ, ਔਰ ਹਿਜਰ ਨਾਲ ਤਾਂ ਕੋਈ ਨਹੀਂ ਬੰਦਾ ਮਰਦਾ। ਲੱਜ ਮਾਰ ਗਤੇਂਦੀ ਏ ਲੱਜ ਪਾਲਾਂ ਨੂੰ, ਬੰਦਾ ਹਿਜਰ 'ਚ ਮਰਦਾ ਕੋਈ ਨਹੀਂ। ਤੇ ਸਾਰੇ ਸੱਜਣ ਹਯਾਤ ਇਹਸਾਨ ਚੜੇਂਦੇ ਦੇ ਲੰਘਦਿਓ ਚੜਦਾ ਕੋਈ ਨਹੀਂ। ਸਾਰੇ ਦੋਸਤ ਇੱਕ ਦੂਸਰੇ पे एहसान करते ही ने। ਉਹਦੇ ਨਾਲ ਕੋਈ ਦਿਨ ਜਿਹੜਾ ਉਹ ਸੂਰਜ ਮਗਰਬ ਵਿੱਚੋਂ ਨਹੀਂ ਨਿਕਲ ਆਉਂਦਾ। ਸਾਰੇ ਸੱਜਣ ਹਯਾਤ ਇਹਸਾਨ ਚੜੇਂਦੇ ਦੇ ਲੰਘਦਿਓ ਚੜਦਾ ਕੋਈ ਨਹੀਂ। ਇਹਦੇ ਨਾਲ ਉਹਦੇ ਦੋੜੇ ਦੇ ਨਾਲ ਇਹਨਾਂ ਦੀ ਇੱਕ ਰਿਵਾਇਤ ਹੁੰਦੀ, ਮਾਈਆ ਜੋੜਦੇ ਨੇ। ਉਸ ਆਖਿਆ ਕਿ ਪਾਣੀ ਭੋਏ ਪੀਤੇ ਚੁੱਪ ਕਰ, ਗੱਲ ਨਾ ਕਰ, ਸਾਰੇ ਵਾਦੇ ਤੋਂ ਹੀ ਕੀਤੇ। ਮਤਲਬ ਉਹਦੇ ਮਾਈਏ ਦੇ ਵਿੱਚ ਵੀ ਇੱਕ ਬੇਜ਼ਾਰੀ ਔਰ ਡਾਂਟ ਹੈ ਕਿ ਹੁਣ ਬਕਵਾਸ ਨਾ ਕਰ ਜ਼ਿਆਦਾ, ਸਾਰੇ ਜ਼ੁਲਮ ਤੂੰ ਹੀ ਕੀਤੇ। ਉਸ ਡਾਕਟਰ ਦੇ ਉਸ ਭਰਾ ਦੀ ਤੋਂ ਸਾਰੀ ਕਹਾਣੀ ਸੁਣਦੇ ਹੋਇਆ ਇਹ ਮੇਰੇ ਜ਼ਿਹਨ 'ਚ ਆ ਰਿਹਾ, ਕਿਉਂਕਿ ਜਦੋਂ 30-40 ਮਿੰਟ ਦਾ ਇੰਟਰਵਿਊ ਉਹਦਾ ਖਤਮ ਹੋਇਆ, ਉਸ ਆਖਿਆ ਉਹ ਆ ਗਿਆ ਘਰ, ਉਹਨੂੰ ਛੱਡ ਦਿੱਤਾ ਨੇ, ਉਹ ਸਾਰਾ ਕੁਝ ਹੋ ਗਿਆ, ਪਰਚਾ ਨਾ ਹੋਇਆ, ਉਹਨਾਂ ਦਾ ਅਸਲਾ ਜਿਹੜੇ ਲਾਇਸੈਂਸੀ ਬੰਦੂਕਾਂ ਸਨ ਉਹ ਵੀ ਵਾਪਸ ਦੇ ਦਿੱਤੀਆਂ, ਕੋਈ ਪੈਸੇ ਖੁੱਥੇ ਜਿਹੜੇ ਉਹ ਵੀ ਦੇ ਛੜੇ ਹੋਣ ਦੇ ਅੱਧ ਪਚੱਦੇ। ਪਰ ਡਾਕਟਰ ਨੇ ਜਿਹੜੀ ਕੈਨੇਡਾ ਬੈਠਿਆਂ ਗੱਲ ਕੀਤੀ,
उस आख्या लेकिन वो जेड़े बच्चों के कोल इस अंदाज चुक्या गया साडे घरों प्यो नूं ते भाई मेरे नूं, जिवें मेरी भरजाई नाल या किसी होर नाल बदतमीजी कीती उन्होंने अगों। उस वेले जेड़े बच्चे कोल पे वहिंदे सन उन्होंने फोर्सिस का तो पता ही सी ना, ये तो असीं कह नहीं सकते हुण कि साडे वाल पुत्तर डाकू आ गए सन, डाकू चुक के लै गए सन तो उन्हें CIA नूं क्यों दिता, जिहड़ी है स्पैशल ब्रांच पुलिस की। जे डाकू जे डकैत सन तो बाद उन्होंने CIA का क्यों फोन आया कि आके परचा असीं नहीं देंदे, आ जाओ लै जाओ बंदा अपना। इसदा मतलब है कि बंदे तो अपने ही सन, है तो वो ही सन अपनी एस्टैबलिशमेंट ते अपने एजेंसियां ते, लेकिन वो हुण असीं जेड़े वेले उन्हां बच्चों नूं असीं हुब्बुल वतनी दा दरस जिहड़ा ना वो दिंदे होया साडी ज़ुबान लड़खड़ानी, असीं किवें देआं। एक वाक्य हो गया, दूजे पासे 15-20 दिन तुहानूं सारिਆਂ ਨੂੰ हो गए होने, तो मैं अगले दिन फोन करके वुसअतुल्ला खान ਨੂੰ आख्या, मैं क्या हाँ जी, मैं क्या जी मैं तुहानूं तां कीता फोन कि रोज़ मतलब ज़ाहिर फलस्तीन दे विच भी हो रहा, फलानी थां ते भी हो रहा, पाकिस्तान दी भी तुसीं गल करदे हो, तकरीबन जिन्ना तुहाडा वस चलदा तुसीं वो गल जिहड़ी जित्थों तक तुहाडे कोल अपनी होवे तुसीं करदे हो। पर यह तुहाडे डान दी खबर सी और साहिवाल दी रेंज है, पुलिस रेंज, और उत्थे वाकया की पे हुंदा, क्या बंदे जाते हैं एक कार ते चढ़े फैमिली मतलब छोटे मोटे जिमें, और वो एक हल गए फिर दूसरे हल गए, उन्होंने कितने रोटी शोटी खाते उत्थे देर हो गई है, और उस दौरानिए दे विच वो जो उठे ने तो 10 साढ़े 10 का टाइम सी, जिमें पिंडां दियां जां चक्कां दियां सड़कां हुंदियां ने, छोटी सड़क होंगी कोई 3-4 किलोमीटर बाद वो जाके हाईवे ते चढ़ जाती है। उन्हें समझा अपने मुल्क ही लगे फिर तो खैर तो है, वो जी सन मतलब बंदा सी नाल दी जनानी सी, ओदी कोई भरजाई सी, एक दूजा कोई अजीज सन, एक उन्हां दी भतीजी भाणजी सी। हाले वो पिंड दे विच और तफसील सारी तुसीं उत्थों चैक कर सकते हो, डान दी तफसीली खबर सी अज तो 2 हफ्ते 10 दिन पहला दी। उन्होंने 3-4 स्कूटरां ते आए ने, 2-3 मोटरसाइकिलों ते 4 बंदे उन्हें अगों पिछों घेरा किया, गन पॉइंट ते गड्डी रोकी है, पैसे खुत्ते ने, गड्डी की चाबी खोली है, उन्होंने गन पॉइंट ते खड़ा कर लिया ने। खड़ा करके जी अगली गल है वो ये कि जी उन्होंने बच्ची सी उन्होंने दे नाल सामने होंदियां गन पॉइंट ते अपना खेतों ले जाके उन्होंने रेप किया। हुण ये सुन के सारिਆਂ ਨੂੰ समझ आ गई, बंदा उदों पिछे आंदा मैं मारी जाइए हुण असीं विद इन कंट्री इस हालत तक पहुंची। और ये उस दिन की खबर है जिस दिन उमरकोट दे वो कतल कर लिया सने डॉक्टर दा सिंध दे विच, ते इन्हां दे लबैकीए 295 सी दियां शर्टां दा उत्ते स्टिकर लवा के वो भी सोशल मीडिया, यानी ये दोवें खबरां इकट्ठियां सन। एक गुस्ताखी ते तौहीन वास्ते स्क्वाड प्राइवेट कायम हो गया, और वो बचाएगा मजहब दी नमूस, ते बंदियां दियां बच्चियां ते उन्हां दी औरतां दी नमूस जिहड़ी है वो गन पॉइंट ते जिलियां ते विच लुट्टी जाएगी, और ओदी गल ही कोई नहीं होनी। एडे बेगैरत मुआशरा जिहड़ा हुंदा उन्हें किहड़ी मेहमाननवाजी करनी है जी, उन्हें की होस्ट करनी है ने कॉन्फ्रेंसां में। सोसाइटी बहुत बुरी तरह डिटेरियोरेट हो चुकी है, और सिर्फ लित्तरां दे सिर ते हुण मुल्क चलाया जा रहा। उस डॉक्टर दे भरा नूं लित्तर मारे गए ने, मैं मुहावरे वाले लित्तर नहीं बोल रहा। इस हालत दे विच इन्हां नूं नींदर कित्थों आ जांदी है, ये सवाल है। मिर्जे नूं जिहड़े उन्होंने सुनेहा करदी रही है ना साहिबां, उस आख्या कि मैनू सुत्या नींदर नहीं आउंदी ते मेरी अखां च रड़कन रोड़। इन्हां नूं सारियां नूं नींदर किवें आ जांदी है, ऐ वे सवाल।
एक पासे ਉਹ ਜਿਹੜੀ ਚੂਸਣੀ ਦਿੱਤੀ ਨੇ ਮਜ਼ਹਬ ਦੀ, ਜਿਹੜੀ ਟਰੱਕ ਦੀ ਬੱਤੀ ਦੇ ਪਿੱਛੇ ਪੂਰੀ ਮੁਆਸ਼ਰਾ ਲਾ ਕੇ ਗੰਦਾ ਕੀਤਾ ਨੇ, ਉਹਨਾਂ ਨੂੰ ਟੀ-ਸ਼ਰਟਾਂ ਪਵਾ ਦਿੱਤੀਆਂ ਨੇ 295 ਸੀ ਡੈਥ ਸਕਾਡ ਕਿ ਇਹ ਜਨਾਬ ਆਪ ਮਾਰ ਦੇਣ ਦੇ ਬੰਦਾ। ਔਰ ਉਹ ਸ਼ਰਟਾਂ ਵਾਲੇ ਜਿਹੜੇ ਨੇ ਬਾਕੀ ਸਾਰੇ ਲੱਭ ਲੈਂਦੇ, ਮਤਲਬ 9 ਮਈ ਦੇ ਵਿੱਚੋਂ ਜਿਹੜੀ ਉਹ ਸਾਰੇ ਕੈਮਰਿਆਂ ਨੇ ਬੰਦੇ ਤੁਹਾਨੂੰ ਫੜ ਕੇ 10,000 ਬੰਦੇ ਤੇ ਪਰਚਾ ਹੋ ਗਿਆ। ਉਹਨਾਂ ਦੇ ਮਤਲਬ ਟਰਾਇਲ ਤੇ ਉਹ ਬੜੀ CCTV ਤੁਹਾਡੇ ਲੱਭ ਗਏ। ਇਹ 295 ਵਾਲੇ ਕਿਉਂ ਨਹੀਂ ਲੱਭੇ ਭਲਾ? ਇਹਦੇ ਦੋ ਹੀ ਰੀਜ਼ਨ ਨੇ, ਇੱਕ ਜਾਂ ਤੁਸੀਂ ਲੱਭਣਾ ਚਾਹੁੰਦੇ ਨਹੀਂ, ਜਾਂ ਤੁਹਾਨੂੰ ਇਹ ਲੱਭਦੇ ਨਹੀਂ, ਤੁਸੀਂ ਲੱਭ ਸਕਦੇ ਨਹੀਂ। ਸਕਦੇ ਵਾਲਾ ਝੂਠ ਹੈ, ਇਹਦਾ ਮਤਲਬ ਤੁਸੀਂ ਚਾਹੁੰਦੇ ਨਹੀਂ। ਚਾਹੁੰਦੇ ਨਹੀਂ ਦਾ ਮਤਲਬ ਇਹ ਵੇ ਕਿ ਇਹ ਸਕੁਆਡ ਤੁਸੀਂ ਕਾਇਮ ਕੀਤਾ। ਉਹਨਾਂ ਨੂੰ ਵਿਹਲੇ ਵਕਤ ਵਿੱਚ ਪੀਸ ਟਾਈਮ ਮੈਰੀ ਟਾਈਮ ਐਕਟੀਵਿਟੀ ਉਹਨਾਂ ਦੀ ਇਹ ਵੇ ਕਿ ਉਹ ਉੱਥੇ। ਔਰ ਤੀਸਰੀ ਗੱਲ ਜਿਹੜਾ ਉਹ ਨਾਲ ਤੋਹੀਨ ਗੈਂਗ ਬਣੇ ਆ, ਜਿਹਦੀ ਪੰਜਾਬ ਪੁਲਿਸ ਨੇ ਰਿਪੋਰਟ ਦਿੱਤੀ। 400-500 ਮਤਲਬ ਅੰਨਿਆ ਜੰਜ ਲੁੱਟ ਲਈ ਹੈ। ਉਹ 500 ਬੰਦਾ ਇਸ ਵਕਤ ਜੇਲ੍ਹਾਂ 'ਚ ਲੜਕੇ ਲੜਕੀਆਂ, ਜਿਨ੍ਹਾਂ ਨੂੰ ਟਰੈਪ ਕਰਕੇ ਤੇ ਉਹਨਾਂ ਤੇ ਤੋਹੀਨ ਮਜ਼ਹਬ ਦਾ ਕੇਸ ਬਣਿਆ, ਜਿਨ੍ਹਾਂ ਨੇ ਔਰ ਉਹਦੇ ਨਤੀਜੇ ਟਵਾਨ ਮੰਗ ਕੇ ਬੰਦਿਆਂ ਨੂੰ ਛੱਡ ਵੀ ਰਹੇ ਹੋ। ਉਹ ਗੈਂਗ ਨੂੰ ਪੰਜਾਬ ਪੁਲਿਸ ਦੀ ਸਪੈਸ਼ਲ ਬ੍ਰਾਂਚ ਕਹਿ ਰਹੀ ਹੈ ਕਿ ਉਹ ਇੱਕ ਗਰੋਹ ਹੈ, ਮਾਫੀਆ ਹੈ, ਜਿਹਦੇ FIA ਵਕੀਲ ਔਰ ਮਜ਼ਹਬੀ ਕੀ ਉਹਨਾਂ ਨੂੰ ਆਖਾਂ, ਇਹ ਸਾਰੇ ਸ਼ਾਮਿਲ ਨੇ। ਤੇ ਇਹ ਸਾਰੀਆਂ ਚੀਜ਼ਾਂ ਦੇ ਹੁੰਦਿਆਂ ਤੁਹਾਨੂੰ ਇੰਨਾ ਹੀ ਸਿਰਫ ਯਾਦ ਹੈ ਵੀ ਉੱਥੇ ਉਹ ਇੰਡੀਅਨ ਵਜ਼ੀਰ ਖਾਰਜਾ ਨੇ ਆਉਣਾ, ਤਾਂ ਇੰਡੀਆ ਵਾਲੇ ਕੀ ਆਖਣ ਦੇ, ਇੰਡੀਆ ਵਾਲੇ ਅੰਨੇ ਨੇ, ਉਹਨਾਂ ਨੂੰ ਪਤਾ ਨਹੀਂ ਤੁਸੀਂ ਕਿਹੜੀਆਂ ਨਸਲਾਂ ਹੋ, ਤੁਹਾਡੇ ਕਰਤੂਤ ਕੀ ਨੇ। ਤੇ ਇਹ ਜਿਹੜੇ ਚਾਈਨਾ ਕਰਦੇ ਹੋ, ਚਾਈਨਾ ਤੇ ਸਾਰਾ ਕੁਝ ਵਹਿੰਦਾ ਪਿਆ ਵੀ ਤੁਸੀਂ 8 ਸੰਡਿਆਂ ਦਾ ਸੁਹਾਗਾ ਜੋ ਲਓ ਪਹਿਲਾਂ ਆਪਣੇ ਮੁਲਕ ਦੇ ਉੱਤੇ। ਔਰ ਇਹ ਕੋਈ 1000 2000 5000 ਬੰਦਾ ਜਿਹੜਾ ਅਖੀਰ ਇਹ ਲਿਤਰੀਆਂ ਸੱਟ ਕੇ ਨੱਸ ਜੇ ਪਾਕਿਸਤਾਨ ਚੋਂ, ਪਿੱਛੇ ਮੁਲਕ ਦਾ ਬਾਂਗਾ ਮਿਲ ਗਈਆਂ ਹੋਣ, ਉਹ ਫੇਰ ਆਵੇਗਾ ਚਾਈਨਾ, ਜਿਵੇਂ ਉਹ ਅੱਗੇ ਥਾਈਲੈਂਡ ਤੇ ਹਾਂਗਕਾਂਗ ਉਹਨਾਂ ਨੂੰ ਜਾ ਕੇ ਸੰਭਾਲਿਆ ਸੂ, ਉਸ ਪਾਕਿਸਤਾਨ ਨੂੰ ਵੀ ਸੰਭਾਲ ਲੈਣਾ। ਛੋਟੀ ਜਿਹੀ ਖਬਰ ਹੁੰਦੀ ਉਹ ਦੱਸ ਦਿੰਦੀ ਹੈ ਕਿ ਗਾਵਾਂ ਗਵਾਚ ਕੇ ਖੁਰਾ ਕਿਹੜੇ ਪਾਸੇ ਪੈ ਜਾਂਦਾ ਹੈ। ਜਿਨ੍ਹਾਂ ਦਿਨਾਂ 'ਚ ਪਾਕਿਸਤਾਨ ਦੇ ਵਿੱਚੋਂ ਪੁਰਾਣੇ ਐਸਟੈਬਲਿਸ਼ਡ ਬਿਜ਼ਨਸਮੈਨ ਆਪਣਾ ਪੈਸਾ ਤੇ ਆਪਣਾ ਬਿਜ਼ਨਸ ਲੈ ਕੇ ਬਾਹਰ ਪੈ ਜਾਂਦੇ ਨੇ। 10-20 ਲੱਖ ਬੰਦਾ ਮੁਲਕ ਛੱਡ ਚੁੱਕਿਆ ਜਿਹੜਾ ਆਪਣਾ ਮੁਖਤਲਿਫ ਸ਼ੋਬਿਆਂ 'ਚ ਐਕਸਪਰਟ ਹੈ। ਔਰ ਲੁੱਟ ਸੇਲ ਲੱਗੀ ਹੈ ਐਮਬੈਸੀਆਂ ਤੇ, ਉਹ ਸ਼ੁਕਰ ਕੋਈ ਸਕੀਮਾਂ ਦਰ ਸਕੀਮਾਂ ਪਈਆਂ ਚਲਦੀਆਂ ਨੇ ਉੱਥੋਂ ਨਿਕਲਣ ਵਾਸਤੇ। ਉਹਨਾਂ ਦਿਨਾਂ 'ਚ ਚੀਨ ਦੇ ਵਿੱਚ ਚੀਨ ਦੀ ਇੱਕ ਬਿਜ਼ਨਸਮੈਨ ਨੇ ਇਸਲਾਮਾਬਾਦ ਦੇ ਜਾ ਕੇ ਬੜੇ ਵੱਡੇ ਲੈਵਲ ਦੀ ਬੇਕਰੀ ਦਾ ਇਫਤਤਾਹ ਕੀਤਾ, ਔਰ ਉਹਦਾ ਇੰਟਰਵਿਊ ਵੀ ਮੈਂ ਵੇਖਿਆ। ਉਹ ਜਨਾਬ ਉਹਨੇ ਜਵਾਬਾਂ ਵੀ ਦਿੱਤੀਆਂ ਨੇ, ਉਹਦੀ ਬੇਕਰੀ ਵੀ ਚੱਲ ਰਹੀ ਹੈ। ਫੋਰਨਰ ਆਮ ਤੌਰ ਤੇ ਜਿਹੜਾ ਉਹ ਮਤਲਬ ਉਹਦੀ ਰੀਡਿੰਗ ਔਰ ਅਸੈਸਮੈਂਟ ਹੈ ਵੇ ਦੁਨੀਆ 'ਚ ਕਿ ਜਾਣ ਤੋਂ ਪਹਿਲਾਂ 20 ਵਾਰੀ ਸੋਚੋ ਉੱਥੇ ਹਾਲਾਤ ਕਸ਼ੀਦਾ ਨੇ। ਚੀਨ ਵਾਸਤੇ ਕੋਈ ਨਹੀਂ ਕਸ਼ੀਦਾ। ਠੀਕ ਹੈ ਤੁਸੀਂ ਇਹ ਸਾਰਾ ਕੁਝ ਕਰੋ, ਅਸੀਂ ਨਹੀਂ ਆਂਦੇ। ਮੈਨੂੰ ਤੇ ਇੱਥੇ 2-4 ਚੀਨੀ ਮਿਲੇ ਸਨ, ਮੈਂ ਉਹਨਾਂ ਨੂੰ ਆਖਿਆ ਸੀ ਅਸੀਂ ਕਿਸੇ ਜ਼ਮਾਨੇ 'ਚ ਅਮਰੀਕਨਸ ਦੇ ਫਸਟ ਕਜ਼ਨ ਹੁੰਦੇ ਸਾਂ, ਅੱਜ ਕੱਲ ਅਸੀਂ ਤੁਹਾਡੇ ਫਸਟ ਕਜ਼ਨ ਹਾਂ। ਤੇ ਉਹ ਦੰਦੀਆਂ ਕੱਢ ਕੇ ਹੱਸਦਾ ਸੀ ਇਸ ਗੱਲ ਤੇ। ਉੱਥੇ ਦੇ ਚੀਨ ਤੇ ਤਕਰੀਬਨ ਹਰ ਬੰਦੇ ਨੂੰ ਸ਼ੌਰ ਹੁੰਦਾ ਕਿ ਅਸੀਂ ਐਜ਼ ਅ ਮੁਲਕ ਕੀ ਕਰਨੇ ਆ ਤੇ ਅਸੀਂ ਕਿੰਨਾ ਨਾਲ ਅੱਗੋਂ ਕਿਹੜੀ ਗੇਮ ਪਾਣੀ ਹੈ, ਤੇ 25 ਸਾਲ ਬਾਅਦ ਅਸਾਂ ਕੀ ਕਰਨਾ ਤੇ 30 ਸਾਲ ਬਾਅਦ ਸਾਡਾ ਕੀ ਪਲਾਨ ਹੈ। ਲਿਹਾਜ਼ਾ ਉਹਨੂੰ ਪਤਾ ਸੀ ਵੀ ਮੈਂ ਕਿੱਥੋਂ ਬੋਲਦਾ ਪਿਆ, ਕਿਹੜੇ ਸਟੇਸ਼ਨ ਤੋਂ। ਉਹ ਵੀ ਹੱਸ ਛੜਿਆ ਉਸ ਵਿੱਚ, ਮੈਂ ਵੀ ਆਖਿਆ। ਬਾਕੀ ਮੈਂ ਕਿਹਾ ਤੂੰ ਮੇਰੇ ਨਾਲ ਬੇਸ਼ੱਕ ਆਰਾਮ ਨਾਲ ਅਸੀਂ ਚਾਹ ਪੀ ਸਕਦੇ ਹਾਂ, ਕਾਫੀ ਪੀ ਸਕਦੇ ਹਾਂ, ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ। ਉਹਦੀ ਵਜ੍ਹਾ ਇਹ ਵੇ ਕਿ ਜੇ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਕੋਈ ਬੰਦੇ ਦੇ ਪੁੱਤਰ ਕੋਈ ਜੰਮੇ ਹੁੰਦੇ ਤੇ ਇੰਜ ਦੀਆਂ ਗੱਲਾਂ ਕਦੀ ਹੋਈਆਂ ਨੇ? ਕਦੀ ਇਸ ਤਰ੍ਹਾਂ ਦੀ ਡੀਲਸ ਹੋ ਸਕਦੀਆਂ ਨੇ ਭਲਾ ਕਿ ਇੱਕ ਮੁਲਕ ਦੇ ਵਿੱਚ ਉਹਦੀ ਪੋਰਟ ਵੀ ਡਿਵੈਲਪ ਹੁੰਦੀ ਹੈ, 91% ਚੀਨ ਦਾ, 9% ਮੁਲਕ ਪਾਕਿਸਤਾਨ ਦਾ। ਇਹ ਡੀਲਸ ਨਹੀਂ ਹੁੰਦੀਆਂ, ਕੁਝ ਹੋਰ ਹੁੰਦਾ। ਹੁਣ ਸਾਨੂੰ ਦਿਸਦਾ ਪਿਆ ਵੀ ਇੰਜ ਹੁੰਦਾ ਪਿਆ, ਲੇਕਿਨ ਉਹ ਹੋਣ ਤੋਂ ਪਹਿਲਾਂ ਬਿਰਾਦਰੀਆਂ, ਮੁਆਸ਼ਰੇ, ਲੋਕੀ, ਫੈਮਲੀਜ਼
ਉਹਨਾਂ ਦੇ ਵਿੱਚੋਂ ਹੁੱਬੁਲ ਵਤਨੀ ਵਾਲਾ ਜਿਹੜਾ ਆਈਡੀਆ ਉਹਦੀ ਜੜ ਵੱਢੀ ਜਾਂਦੇ ਹੋ ਤੁਸੀਂ। ਔਰ ਪਾਕਿਸਤਾਨ ਦੀ ਓਨਰਸ਼ਿਪ ਆਮਦ ਉਨਾਸ ਦੇ ਦਿਲ ਚੋਂ ਖਤਮ ਕਰਕੇ ਤੇ ਲਿੱਤਰ ਤੇ ਡੰਡਾ ਤੇ ਬੰਦੂਕ ਉੱਥੇ ਤੱਕ ਗੱਲ ਪਈ ਜਾਂਦੀ। ਉਸ ਤੋਂ ਬਾਅਦ ਦਰਸ ਕੀ पे ਦਿੰਦੇ ਹੋ, ਗੁੱਸਾ ਚੜਿਆ ਸੀ ਉਸ ਵਜ਼ੀਰ ਦੀ ਗੱਲ ਤੇ। हमारी रिवायत है हम बड़े मेहमान नवाज। ਤੁਸੀਂ ਕਿਹੜੇ ਮਹਿਮਾਨ ਨਵਾਜ਼, ਬਗੈਰਤਾ ਜਦੋਂ ਹੋ ਜਾਣ ਮੁਆਸ਼ਰੇ ਉਹਨਾਂ ਦੀ ਕਿਹੜੀ ਮਹਿਮਾਨ ਨਵਾਜ਼ੀ। ਹੁਣ ਆਖਰ ਤੇ ਉਹ ਇੱਕ ਮਾਈਆ ਤੇ ਫਿਰ ਛੁੱਟੀ। ਉਹਨੇ ਆਖਿਆ ਸੀ ਕਿ ਹੱਟੀਆਂ ਤੋਂ ਲੈ ਨਾਖਾਂ ਨਾਸ਼ਪਾਤੀਆਂ, ਮੈਥੋਂ ਬਰਬਾਦੀ ਦਾ ਕੋਈ ਪੁੱਛੇ ਤਾਂ ਮੈਂ ਕੀ ਆਖਾਂ। ਇੰਨੀ ਜੀ ਗੱਲ। ਅੱਲਾ ਦੇ ਹਵਾਲੇ। अस्सलाम वालेकुम।